ANB ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਅੱਜ ਕਰੋਨਾ ਕਿੱਥੇ ਫੈਲਿਆ ਹੈਗਾ, ਕਿਹੜੇ ਜ਼ਿਲ੍ਹੇ ਦੇ ਵਿੱਚ ਕਰੋਨਾ ਤੋਂ ਕਿੰਨੇ ਮਰੀਜ਼ ਠੀਕ ਹੋਏ ਨੇ ਔਰ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਮਰੀਜ਼ ਹਨ, ਔਰ ਇਸ ਤੋਂ ਇਲਾਵਾ ਕਰੋਨਾ ਦੇ ਜਿਹੜੇ ਸਾਈਡ ਇਫੈਕਟ ਨੇ ਉਸ 'ਤੇ ਵੀ ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ। ਅਕਾਲੀ ਦਲ ਨੂੰ ਕੋਈ ਘੇਰ ਰਿਹਾ, ਕੋਈ ਪੰਜਾਬ ਸਰਕਾਰ ਨੂੰ ਘੇਰ ਰਿਹਾ, ਆਮ ਆਦਮੀ ਪਾਰਟੀ ਵੀ ਜਵਾਬ ਮੰਗ ਰਹੀ ਹੈਗੀ ਆ। ਬਹੁਤ ਸਾਰੇ ਮੁੱਦੇ ਨੇ ਔਰ ਨਾਲ ਦੀ ਨਾਲ ਅਸੀਂ ਇਹ ਵੀ ਦੱਸਣ ਦੀ ਤੁਹਾਨੂੰ ਖੇਚਲ ਕਰਾਂਗੇ ਕਿ ਪੰਜਾਬ ਸਰਕਾਰ ਨੇ ਅੱਜ ਜਿਹੜੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਨੇ ਉਹਨਾਂ ਵੱਲੋਂ ਕਿਹੋ ਜਿਹੇ ਸਟੈਪ ਲਏ ਗਏ ਨੇ ਪੰਜਾਬ ਦੀ ਜਨਤਾ ਨੂੰ ਲੈ ਕੇ, ਕਿਉਂਕਿ ਕਰੋਨਾ ਮਹਾਮਾਰੀ ਪੂਰੀ ਤਰ੍ਹਾਂ ਫੈਲੀ ਹੋਈ ਆ। ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਦੇ ਜਿਹੜੇ ਪੀੜਤ ਨੇ ਉਹਨਾਂ ਦੀ ਗਿਣਤੀ ਵੱਧਦੀ ਜਾਂਦੀ ਆ ਤੇ ਜਿਹੜੀ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਆ ਕਰੋਨਾ ਕੇਸਾਂ ਨੂੰ ਲੈ ਕੇ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੰਦੇ ਜੀ। ਪੰਜਾਬ ਦੇ ਵਿੱਚ ਜਿਹੜੀ 5 ਵਜੇ ਤੱਕ ਜਿਹੜੀ ਰਿਪੋਰਟ ਡਿਪਾਰਟਮੈਂਟ ਵੱਲੋਂ ਸੌਂਪੀ ਗਈ ਹੈ ਜੀ, ਉਹਦੇ 'ਚ ਹੈ ਜੀ 14,317 ਜਿਹੜੇ ਲੋਕ ਨੇ ਉਹਨਾਂ ਨੂੰ ਸ਼ੱਕ ਦੇ ਤੌਰ 'ਤੇ ਦੇਖਿਆ ਗਿਆ ਸੀ ਔਰ ਉਹਨਾਂ ਦੇ ਵਿੱਚ ਸਿੰਪਟਮ ਜਿਹੜੇ ਸ਼ੱਕੀ ਦੇਖੇ ਗਏ ਸੀ। ਇਹਨਾਂ ਸਾਰਿਆਂ ਦੇ ਜਿਹੜੇ ਸੈਂਪਲ ਆ ਉਹ ਭੇਜੇ ਗਏ ਨੇ। 10,497 ਲੋਕਾਂ ਦੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਆਈ ਆ ਜੀ ਔਰ 3,507 ਜਿਹੜੇ ਲੋਕਾਂ ਦੀ ਰਿਪੋਰਟ ਹਜੇ ਆਉਣੀ ਬਾਕੀ ਹੈ, ਇੰਤਜ਼ਾਰ ਕੀਤਾ ਜਾ ਰਿਹਾ ਹੈਗਾ। ਤੇ ਪੰਜਾਬ 'ਚ ਹੁਣ ਤੱਕ 313 ਜਿਹੜੇ ਕੇਸ ਨੇ ਉਹ ਪੋਜ਼ਿਟਿਵ ਹੋ ਚੁੱਕੇ ਨੇ, ਮਤਲਬ 313 ਜਿਹੜੇ ਲੋਕ ਨੇ ਉਹ ਕਰੋਨਾ ਤੋਂ ਪੀੜਤ ਨੇ ਤੇ ਵੱਖ-ਵੱਖ ਜਿਹੜੇ ਹਸਪਤਾਲ ਨੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਜੀ ਔਰ 84 ਦੇ ਕਰੀਬ ਜਿਹੜੇ ਰੋਗੀ ਸੀ ਕਰੋਨਾ ਤੋਂ ਉਹ ਠੀਕ ਠਾਕ ਹੋ ਕੇ ਆਪਣੇ ਘਰਾਂ ਦੇ ਵਿੱਚ ਜਾ ਚੁੱਕੇ ਨੇ ਔਰ ਤੁਸੀਂ ਕਈ ਵੀਡੀਓ ਦੇਖੀਆਂ ਵੀ ਹੋਣਗੀਆਂ, ਕਾਫੀ ਵੀਡੀਓ ਵਾਇਰਲ ਵੀ ਹੋ ਰਹੀਆਂ ਕਿ ਜਿਹੜੇ ਪੀੜਤ ਨੇ ਉੱਥੇ ਪੂਰੇ ਉਹਨਾਂ ਦੇ ਹੌਸਲੇ ਬੁਲੰਦ ਨੇ। ਕੋਈ ਉੱਥੇ ਵਾਹਿਗੁਰੂ ਦਾ ਨਾਮ ਜਪ ਰਿਹਾ ਹੈਗਾ, ਕੋਈ ਉੱਥੇ ਭੰਗੜੇ ਪਾ ਰਹੇ ਹੈਗੇ ਨੇ, ਕਿਉਂਕਿ ਇਹਦੇ ਨਾਲ ਇਸ ਬਿਮਾਰੀ ਨੂੰ ਹਰਾਉਣ ਵਾਸਤੇ ਜਿਉਣ ਦੀ ਇੱਛਾ ਸ਼ਕਤੀ, ਵਿਲ ਪਾਵਰ ਜਿਹੜੀ ਬੰਦੇ ਦੀ ਆ ਉਹ ਬਹੁਤ ਜ਼ਰੂਰੀ ਆ। ਦਵਾ ਦੇ ਨਾਲ ਦੁਆ ਵੀ ਬਹੁਤ ਜ਼ਰੂਰੀ ਆ ਔਰ ਇਸੇ ਕਰਕੇ ਸ਼ਾਇਦ ਜਿਹੜੇ 84 ਜਿਹੜੇ ਮਰੀਜ਼ ਆ ਉਹ ਠੀਕ ਹੋ ਕੇ ਆਏ ਨੇ। ਇੱਕ ਜਿਹੜਾ ਪੇਸ਼ੈਂਟ ਆ ਉਹ ਹਾਲੇ ਵੀ ਵੈਂਟੀਲੇਟਰ 'ਤੇ ਨੇ ਤੇ 211 ਦੇ ਕਰੀਬ ਐਕਟਿਵ ਕੇਸ ਨੇ ਤੇ 18 ਹੁਣ ਤੱਕ ਪੰਜਾਬ ਦੇ ਵਿੱਚ ਮੌਤਾਂ ਹੋਈਆਂ ਜੀ। ਔਰ ਅਸੀਂ ਤੁਹਾਨੂੰ ਜ਼ਿਲ੍ਹੇ ਵਾਈਜ਼ ਗੱਲ ਦੱਸ ਦਿੰਦੇ ਕਿ ਜ਼ਿਲ੍ਹੇ ਦੇ ਵਿੱਚ ਕੀ ਸਥਿਤੀ ਹੈਗੀ ਆ ਜੀ। ਜਲੰਧਰ ਦੇ ਵਿੱਚ ਹੁਣ ਤੱਕ 69 ਟੋਟਲ ਕਨਫਰਮ ਕੇਸ ਆ ਜੀ, ਉਹਦੇ 'ਚ 59 ਐਕਟਿਵ ਕੇਸ ਨੇ ਤੇ 7 ਉੱਥੇ ਠੀਕ ਹੋਏ ਜੀ। ਮੋਹਾਲੀ ਉਸ ਤੋਂ ਬਾਅਦ ਜੀ 63 ਕੇਸ ਨੇ ਜੀ, 39 ਐਕਟਿਵ ਕੇਸ ਨੇ, 22 ਠੀਕ ਹੋ ਚੁੱਕੇ ਨੇ ਮੋਹਾਲੀ ਦੇ ਵਿੱਚ ਜੀ। ਔਰ ਪਟਿਆਲਾ 'ਚ ਵੀ ਲਗਾਤਾਰ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਜੀ, 61 ਕੇਸ ਹੋ ਚੁੱਕੇ ਆ, 60 ਐਕਟਿਵ ਕੇਸ ਹੈ ਜੀ। ਹਜੇ ਤੱਕ ਸਿਰਫ ਉੱਥੇ ਇੱਕ ਹੀ ਜਿਹੜਾ ਮਰੀਜ਼ ਆ ਉਹ ਠੀਕ ਹੋਇਆ ਜੀ। ਉਸ ਤੋਂ ਬਾਅਦ ਪਠਾਨਕੋਟ ਦੀ ਗੱਲ ਕੀਤੀ ਜਾਵੇ 25 ਕੇਸ ਆ ਜੀ, ਉੱਥੇ 15 ਐਕਟਿਵ ਕੇਸ ਨੇ ਤੇ 9 ਉੱਥੇ ਜਿਹੜੇ ਰੋਗੀ ਉਹ ਠੀਕ ਹੋ ਕੇ ਆਪਣੇ ਘਰਾਂ 'ਚ ਜਾ ਚੁੱਕੇ ਜੀ। ਨਵਾਂ ਸ਼ਹਿਰ ਦੀ ਗੱਲ ਕਰੀਏ ਜੀ, ਇੱਕ ਉੱਥੇ ਇੱਕ ਕੇਸ ਆ ਚੁੱਕਾ ਜੀ ਨਵਾਂ ਸ਼ਹਿਰ, ਉੱਥੇ ਜਿਹੜਾ ਗ੍ਰੀਨ ਜ਼ੋਨ 'ਚ ਆ ਚੁੱਕਾ ਸੀ। ਨਵਾਂ ਸ਼ਹਿਰ ਜਿਹੜੀ ਗਿਣਤੀ ਆ 0 ਹੋ ਚੁੱਕੀ ਸੀ, ਲੇਕਿਨ ਇੱਕ ਜਿਹੜਾ ਬਾਹਰੋਂ ਦੱਸਿਆ ਜਾ ਰਿਹਾ ਜਿਹੜਾ ਕੇਸ ਆ ਉਹਦੀ ਪੁਸ਼ਟੀ ਵੀ ਆ ਜਾਏਗੀ ਕਿ ਉਹ ਕਿੱਥੋਂ ਸੀ, ਉਹਦੀ ਟਰੈਵਲ ਹਿਸਟਰੀ ਕੀ ਸੀ। ਉੱਥੇ ਇੱਕ ਕੇਸ ਦੁਬਾਰਾ ਆ ਗਿਆ ਜੀ। ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ 18 ਕਨਫਰਮ ਕੇਸ ਆ ਜੀ, 10 ਐਕਟਿਵ ਕੇਸ ਆ ਜੀ। ਅੰਮ੍ਰਿਤਸਰ ਦੇ ਵਿੱਚ 14 ਟੋਟਲ ਕੇਸ ਨੇ, 11 ਐਕਟਿਵ ਹੈ ਜੀ। ਮਾਨਸਾ 'ਚ 13 ਕੇਸ ਆ ਟੋਟਲ, 10 ਐਕਟਿਵ ਨੇ। ਹੁਸ਼ਿਆਰਪੁਰ 'ਚ 7 ਨੇ ਟੋਟਲ ਕੇਸ, ਉੱਥੇ ਇੱਕ ਐਕਟਿਵ ਕੇਸ ਆ ਜੀ। ਮੋਗਾ 'ਚ 0 ਵੀ ਗ੍ਰੀਨ ਜ਼ੋਨ 'ਚ ਆ ਜੀ। ਫਰੀਦਕੋਟ 'ਚ 2 ਐਕਟਿਵ ਕੇਸ ਆ। ਕਪੂਰਥਲਾ, ਰੋਪੜ ਇਹ ਵੀ 0 ਨੇ, ਉੱਥੇ ਐਕਟਿਵ ਕੇਸ ਆ ਜੀ। ਸੰਗਰੂਰ 'ਚ 1 ਆ। ਬਰਨਾਲਾ ਤੇ ਫਤਿਹਗੜ੍ਹ ਸਾਹਿਬ ਇਹ ਵੀ ਗ੍ਰੀਨ ਜ਼ੋਨ 'ਚ ਆ ਚੁੱਕੇ ਨੇ ਔਰ ਫਿਰੋਜ਼ਪੁਰ ਦੇ ਤੇ ਗੁਰਦਾਸਪੁਰ ਤੇ ਮੁਕਤਸਰ ਇੱਥੇ ਇੱਕ ਕੇਸ ਹੈਗਾ ਜੀ। ਇਹ ਪੰਜਾਬ ਦੀ ਜਿਹੜੀ ਸਥਿਤੀ ਆ ਜੀ। ਟੋਟਲ ਜਿਹੜੇ ਕਨਫਰਮ ਕੇਸ ਆ ਜੀ ਉਹ 13 ਨੇ, 211 ਐਕਟਿਵ ਕੇਸ ਨੇ, 84 ਠੀਕ ਹੋ ਚੁੱਕੇ ਨੇ ਤੇ 18 ਜਿਹੜੇ ਲੋਕਾਂ ਦੀ ਕਰੋਨਾ ਤੋਂ ਮੌਤ ਹੋ ਚੁੱਕੀ ਹੈ। ਜਿਹੜੀ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਕਿ ਕਿਹੜੇ ਜ਼ਿਲ੍ਹੇ 'ਚ ਕਿੰਨੇ ਕੇਸ ਹੈ ਨੇ ਤੇ ਇਹ ਜਿਹੜੀ ਹਾਲਾਤ ਨੇ ਪੰਜਾਬ ਦੇ ਵਿੱਚ। ਔਰ ਵਾਰ-ਵਾਰ ਜਿਹੜੀਆਂ ਸਰਕਾਰ ਐਡਵਾਈਜ਼ਰੀ ਜਾਰੀ ਕਰ ਰਹੀ ਉਹ ਐਡਵਾਈਜ਼ਰੀ ਨੂੰ ਮੰਨਣਾ ਬਹੁਤ ਜ਼ਰੂਰੀ ਆ। ਇਹ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ, ਤਾਂ ਹੀ ਇਸ ਬਿਮਾਰੀ ਨੂੰ ਅਸੀਂ ਹਰਾ ਪਾਵਾਂਗੇ। ਔਰ ਅਸੀਂ ਹੁਣ ਗੱਲ ਕਰਾਂਗੇ ਕਿ
ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਗਏ ਨੇ ਅੱਜ ਇਸ ਮਸਲਿਆਂ ਦੇ ਵਿੱਚ ਕਰੋਨਾ ਨੂੰ ਲੈ ਕੇ, ਉਹ ਇਹ ਵੀ ਤੁਹਾਨੂੰ ਦੱਸਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਔਰ ਗੱਲ ਕੀਤੀ ਜਾਵੇ ਜਿਹੜੇ ਮੈਡੀਕਲ ਸਿੱਖਿਆ ਮੰਤਰੀ ਨੇ ਓਮ ਪ੍ਰਕਾਸ਼ ਸੋਨੀ, ਉਹਨਾਂ ਦਾ ਵੀ ਬਿਆਨ ਆਇਆ, ਨਾਲ ਦੀ ਨਾਲ PRTC ਦਾ ਵੀ ਬਿਆਨ ਆਇਆ। ਪਹਿਲਾਂ ਤੁਹਾਨੂੰ PRTC ਦਾ ਬਿਆਨ ਦੇ ਜਿਹੜੇ ਚੇਅਰਮੈਨ ਨੇ ਕੇ ਸ਼ਰਮਾ, ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ। ਉਹਨਾਂ ਦੱਸਿਆ ਕਿ ਰਾਜਸਥਾਨ ਤੋਂ ਕਰੀਬ ਜਿਹੜੇ ਪੰਜਾਬੀ ਨੌਜਵਾਨ ਉੱਥੇ ਪੜ੍ਹਨ ਵਾਸਤੇ ਗਏ ਸੀ ਵਿਦਿਆਰਥੀ, ਉਹਨਾਂ ਦੀ ਜਿਹੜੀ ਗਿਣਤੀ ਸੀ ਉਹ 1067 ਸੀ। ਤੇ ਉਹਨਾਂ ਨੂੰ ਲਿਆਉਣ ਵਾਸਤੇ ਆਪਣੇ ਆਪਣੇ ਘਰ ਪਹੁੰਚਾਉਣ ਵਾਸਤੇ PRTC ਨੇ 24 ਜਿਹੜੀਆਂ ਬੱਸਾਂ ਨੇ ਉਹ ਜੈਸਲਮੇਰ ਨੂੰ ਚਲਾ ਦਿੱਤੀਆਂ ਨੇ, ਰਵਾਨੇ ਪਾ ਦਿੱਤੇ ਨੇ। ਔਰ ਕੋਟਾ, ਕਿਉਂਕਿ ਉਹ ਵੀ ਇੱਕ ਬਹੁਤ ਐਜੂਕੇਸ਼ਨ ਦਾ ਹੱਬ ਆ ਜੀ, ਕਾਫੀ ਉੱਥੇ ਜਿੱਥੇ ਤੁਸੀਂ ਜਾਣਦੇ ਹੋ ਉੱਥੇ ਬਹੁਤ ਤਗੜੀਆਂ ਇੰਸਟੀਚਿਊਟ ਆ, ਚਾਹੇ ਮੈਡੀਕਲ ਦੀ ਹੋਵੇ ਚਾਹੇ ਇੰਜੀਨੀਅਰਿੰਗ ਦੀ ਹੋਵੇ, ਔਰ ਉੱਥੇ ਵੀ ਇੱਕ ਐਜੂਕੇਸ਼ਨ ਡੈਸਟੀਨੇਸ਼ਨ ਆ। ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ, ਤਲਾਸ਼ਣ ਵਾਸਤੇ ਉੱਥੇ ਬਹੁਤ ਵੱਡੀ ਇੱਕ ਕੋਚਿੰਗ ਕਹਿ ਸਕਦੇ ਕਿ ਸੰਸਥਾਵਾਂ ਨੇ, ਉੱਥੇ ਜਾਂਦੇ ਨੇ। ਤੇ 215 ਵਿਦਿਆਰਥੀ ਨੂੰ ਵੀ ਲਿਆਇਆ ਜਾ ਰਿਹਾ। ਇਹ ਵੀ ਚੇਅਰਮੈਨ ਜਿਹੜੇ ਕੇ ਸ਼ਰਮਾ ਉਹਨਾਂ ਦੱਸਿਆ ਹੈਗਾ। ਤੇ ਇਹ ਜਿਹੜਾ ਫੈਸਲਾ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਨਹੀਂ ਦਿੱਤਾ। ਔਰ ਉਹਨਾਂ ਦੱਸਿਆ ਕਿ PRTC ਬਠਿੰਡਾ ਤੇ ਫਰੀਦਕੋਟ ਜਿਹੜੇ ਡੀਪੂ ਨੇ ਉਹਨਾਂ ਦੀਆਂ 24 ਸਧਾਰਨ ਬੱਸਾਂ ਨੂੰ ਅੱਜ ਰਵਾਨਗੀ ਪਾ ਦਿੱਤੀ ਹੈਗੀ ਹੈ। ਇਹ ਜਿਹੜੇ ਪੰਜਾਬ ਦੇ ਬੱਚੇ ਨੇ, ਵਿਦਿਆਰਥੀ ਨੇ, ਉਹਨਾਂ ਨੂੰ ਵਾਪਸ ਲਿਆਏਗੀ। ਔਰ ਉਹ ਵੀ ਦੱਸਿਆ ਕਿ ਇਹ ਜਿਹੜੇ ਫੈਸਲਾ ਲਿਆ ਗਿਆ ਤੇ ਇਹ ਪੂਰੀ ਤਨਦੇਹੀ ਨਾਲ ਪਹਿਰਾ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਜੈਸਲਮੇਰ ਜਾ ਰਹੀਆਂ ਜਿਹੜੀਆਂ ਬੱਸਾਂ ਵਾ ਉਹ ਨਾਚਨਾ, ਇਹ ਉੱਥੇ ਰਾਜਸਥਾਨ ਦੇ ਟਾਊਨ ਹੈ ਜੀ, ਨਾਚਨਾ, ਮੋਹਨਗੜ੍ਹ, ਰਾਮਗੜ੍ਹ ਤੇ ਫਤਿਹਗੜ੍ਹ, ਇਹ ਉੱਥੇ ਜਾਣਗੇ ਤੇ ਜਿੱਥੋਂ ਵਿਦਿਆਰਥੀਆਂ ਨੂੰ ਵਾਪਸ ਲਿਆਇਆ ਜਾਏਗਾ। ਔਰ ਇਹ ਵੀ ਕਿ ਕਿਉਂਕਿ ਰਾਜਸਥਾਨ ਦਾ ਇੱਕ ਬਹੁਤ ਵੱਡਾ ਉਹ ਡਿਸਟ੍ਰਿਕਟ ਵੀ ਆ ਕੋਟਾ ਬੂੰਦੀ, ਉੱਥੇ ਵੀ 215 ਦੇ ਕਰੀਬ ਪੰਜਾਬੀ ਵਿਦਿਆਰਥੀ ਨੇ, ਉਹਨਾਂ ਨੂੰ ਵੀ ਲਿਆਉਣ ਵਾਸਤੇ 27 ਅਪ੍ਰੈਲ ਨੂੰ ਮਤਲਬ ਕੱਲ੍ਹ ਬੱਸਾਂ ਭੇਜੀਆਂ ਜਾਣਗੀਆਂ। ਇਹ ਜਿਹੜਾ PRTC ਦਾ ਪੰਜਾਬ ਸਰਕਾਰ ਦਾ ਫੈਸਲਾ ਜੀ, ਉਹ ਤੁਹਾਨੂੰ ਦੱਸਿਆ ਗਿਆ ਕਿ ਕਾਫੀ ਜਿਹੜੇ ਪੰਜਾਬੀ ਬੱਚੇ ਉੱਥੇ ਫਸੇ ਸੀ ਔਰ ਮਾਪੇ ਵੀ ਚਿੰਤਾ ਦੇ ਵਿੱਚ ਹੀ ਤੇ ਬੱਚੇ ਵੀ ਚਿੰਤਾ ਦੇ ਵਿੱਚ ਹੀ। ਤੇ ਉਹਨਾਂ ਨੂੰ ਚਿੰਤਾ ਨੂੰ ਧਿਆਨ ਵਿੱਚ ਰੱਖਦੇ ਹੀ ਪੰਜਾਬ ਸਰਕਾਰ ਨੇ ਫੈਸਲਾ ਲਿਆ। ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਕਿ ਜਿਹੜੇ ਪੰਜਾਬੀ ਚਾਹੇ ਕੋਈ ਵੀ ਰੋਜੀ ਰੋਟੀ ਵਾਸਤੇ ਦੂਜੇ ਸੂਬਿਆਂ ਵਿੱਚ ਫਸੇ ਨੇ ਜਾਂ ਜਿਹੜੇ ਵਿਦਿਆਰਥੀ ਨੇ ਦੂਜੇ ਸੂਬਿਆਂ ਵਿੱਚ ਪੜ੍ਹਨ ਵਾਸਤੇ ਗਏ ਸੀ, ਉਹਨਾਂ ਨੂੰ ਵਾਪਸ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ। ਔਰ ਅਸੀਂ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਗੱਲ ਕਰੀਏ ਤੇ ਉਹਨਾਂ ਦੱਸਿਆ ਕਿ ਕਰੋਨਾ ਸੰਬੰਧੀ ਪੰਜਾਬ ਦੇ ਜਿਹੜੇ ਮੈਡੀਕਲ ਕਾਲਜ ਆ 3 ਆ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਜੇ, ਮੈਡੀਕਲ ਕਾਲਜ ਫਰੀਦਕੋਟ, ਅੰਮ੍ਰਿਤਸਰ ਔਰ ਪਟਿਆਲਾ। ਔਰ ਤਿੰਨਾਂ ਮੈਡੀਕਲ ਕਾਲਜ ਜਿਹੜੀਆਂ ਕਾਲਜ ਆ ਜਿਹੜੀਆਂ ਲੈਬੋਰਟਰੀਆਂ, ਉਹਨਾਂ ਵੱਲੋਂ 10,000 ਜਿਹੜਾ ਟੈਸਟ ਕਰਨ ਦਾ ਜਿਹੜਾ ਅੰਕੜਾ ਜੀ ਉਹ ਪਾਰ ਕਰ ਲਿਆ। ਇਹ ਦਾਅਵਾ ਕੀਤਾ ਜਿਹੜੇ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਕਰੋਨਾ ਵਾਇਰਸ ਸੰਬੰਧੀ ਟੈਸਟ ਕਰਨ ਦੀ ਜਿਹੜੀ ਸਮਰੱਥਾ ਵਿੱਚ ਵਾਧਾ ਕਰਨ ਦੀਆਂ ਵੀ ਜਿਹੜੇ ਪ੍ਰਬੰਧ ਉਹ ਕੀਤੇ ਜਾ ਰਹੇ ਨੇ ਜੀ। ਔਰ ਉਹਨਾਂ ਦੱਸਿਆ ਕਿ ਜਿਹੜੇ 10,000 ਜਿਹੜਾ ਟੈਸਟ ਕਰਨ ਦਾ ਜਿਹੜਾ ਅੰਕੜਾ ਪਾਰ ਕੀਤਾ, ਇਹਨਾਂ ਟੈਸਟਾਂ ਵਿੱਚੋਂ 217 ਜਿਹੜੇ ਟੈਸਟ ਆ ਉਹ ਪੋਜ਼ਿਟਿਵ ਪਾਏ ਗਏ ਨੇ। ਤੇ ਉਹਨਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵੱਲੋਂ COVID-19 ਨੂੰ ਮਾਤ ਪਾਉਣ ਲਈ ਕੀਤੇ ਗਏ ਪ੍ਰਬੰਧਾਂ ਵਿੱਚ ਹੋਰ ਇਜ਼ਾਫਾ ਕਰਨ ਦੇ ਮਕਸਦ ਨਾਲ ਪੰਜਾਬ ਰਾਜ ਦੇ 3 ਜਿਹੜੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਰੋਨਾ ਸੰਬੰਧੀ ਟੈਸਟ ਕਰਨ ਦੀ ਜਿਹੜੀ ਸਮਰੱਥਾ ਨੂੰ ਰੋਜ਼ਾਨਾ 1050 ਤੋਂ ਵਧਾ ਕੇ 3800 ਕਰਨ ਦੀਆਂ ਜਿਹੜੀਆਂ ਲੋੜੀਂਦੇ ਕਦਮਾਂ ਜਿਹੜੀਆਂ ਤਿਆਰੀਆਂ ਉਹ ਸ਼ੁਰੂ ਕਰ ਦਿੱਤੀਆਂ। ਉਹਨਾਂ ਇਹ ਵੀ ਕਿਹਾ ਕਿ ਚਾਲੂ ਕੋਸ਼ਿਸ਼ਾਂ ਸਦਕੇ ਨੇਪਰੇ ਚੜ੍ਹਨ ਤੋਂ ਬਾਅਦ ਹੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ 1400 ਅਤੇ ਮੈਡੀਕਲ ਕਾਲਜ ਫਰੀਦਕੋਟ ਵਿੱਚ 1000 ਟੈਸਟ ਹੋਇਆ ਕਰਨਗੇ। ਇਹ ਸਰਕਾਰ ਦੀ ਕੋਸ਼ਿਸ਼ ਹੈ ਜੀ। ਔਰ ਉਹਨੇ ਵੀ ਦੱਸਿਆ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ ਵਿੱਚ ICMR ਦੀ ਪ੍ਰਵਾਨਗੀ ਤੋਂ ਬਾਅਦ 15 ਮਾਰਚ 2020 ਨੂੰ 40 ਟੈਸਟ ਰੋਜ਼ਾਨਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਤੇ ਮੁੜ ਵਿਭਾਗ ਵੱਲੋਂ ਜਿਹੜੀ ਸੰਸਥਾ ICMR ਨਾਲ ਤਾਲਮੇਲ ਕਰਕੇ ਇਹ ਜਿਹੜੇ ਰੋਜ਼ਾਨਾ ਟੈਸਟ ਕਰਨ ਦੀ ਜਿਹੜੀ ਸਮਰੱਥਾ ਸੀ ਉਹ 400 ਟੈਸਟ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ ਸੀ। ਤੇ ਮੈਡੀਕਲ ਕਾਲਜ ਫਰੀਦਕੋਟ 'ਚ 250 ਟੈਸਟ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ, ਜਿਸ ਨਾਲ ਸੂਬੇ 'ਚ ਕਰੋਨਾ ਦਾ ਟਾਕਰਾ ਕਰਨ ਵਿੱਚ ਕਾਫੀ ਮਦਦ ਮਿਲੀ ਹੈ। ਇਹ ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ ਜੀ। ਔਰ ਨਾਲ ਦੀ ਨਾਲ ਜਿਹੜੇ ਪੇਂਡੂ ਵਿਕਾਸ ਮੰਤਰੀ ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੇ ਵੀ ਸਾਡੇ ਨਾਲ ਇੱਕ ਬਿਆਨ ਸਾਂਝਾ ਕੀਤਾ, ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ ਜੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਪੇਂਡੂ ਵਿਕਾਸ ਮੰਤਰੀ,
उन्होंने कहा कि पेंडू डिस्पैंसरियां दे उन्होंने जिहड़े फार्मासिस्टां नूं मंगां मनण दा भरोसा दिंदिआं हड़ताल उत्ते ना जाण दी अपील कीती आ। तृप्त रजिंदर सिंह बाजवा ने कहा कि पेंडू डिस्पैंसरी में काम करते फार्मासिस्टां नूं उन्हां दीआं मंगां मनण दा भरोसा दिता ते अपील की कि वो इस संकट की घड़ी में हड़ताल उत्ते ना जाण। श्री बाजवा ने अज जिहड़े यूनीयन फार्मासिस्ट यूनीयन के वफद नूं टैलीफोन करके भरोसा दिवाया कि सरकार वालों उन्हां दीआं नौकरियां रैगूलर करने की मंग उत्ते हमदर्दी पूर्वक विचार किया जा रहा है। फैसलों की अड़िचना दूर करन इस मामले में हल कढ़ लिया जाएगा। तो उन्होंने भरोसा दिता कि फार्मासिस्टां दा जिहड़ा कंट्रैक्ट आ वो भी जिहड़ा निभाउण अते इस महीने की तनख्वाह जारी करने लई महकमे नूं हदायतां जिहड़ियां वो जारी कर दित्तियां गईयां। तो उन्होंने कहा कि जिहड़ी औखी घड़ी आ जिहड़ी विपता पई आ पूरी दुनिया च और इस विपता की घड़ी दे विच वो हड़ताल ते ना जाण। हर एक की जिहड़ी जिम्मेवारी बनदी हो जिੱਥੋਂ तक उन्हां दीआं मंगां वो मान लिया जाणगियां। सरकार इस ते कार्रवाई कर रही है। तो जिहड़े सूबे के सहकारिता मंत्री ते जेल मंत्री आ सुखजिंदर सिंह रंधावा उन्होंने भी साडे नाल जानकारी साझी की है जी। उन्होंने दस्सिया कि इस संकट दौरान जिहड़ा शुगर फैड आ वो मिठास घोल रहा जी। करफ्यू लॉकडाउन दौरान जिहड़े शुगर फैड वालों 21 लाख किलो जी खंड की जी सप्लाई है जी वो भेजी गई है। और शुगर फैड ने जिहड़े सीएम मुख्यमंत्री कोविड राहत फंड है जी ਉਹਦੇ 'ਚ करीब 29 ਲੱਖ ਦਾ योगदान भी पाया। तो सुखजिंदर सिंह रंधावा ने दस्सिया कि शुगर फैड वालों पंजाब लोगों को जरूरी सवावां मुहैया करने की मुहिम में वड्डा योगदान पाया। तो हुण तक 21,07,000 किलो खंड की सप्लाई की गई है। तो उन्होंने कहा कि इस संकट की घड़ी में सूबे के लोगों को दोहरी मदद लई समूह अधिकारियों ते कर्मचारियों की उन्हें शलाघा भी की है कि जिथे 21 लाख किलो खंड की सप्लाई की उत्थे करीब 29 लाख मुख्यमंत्री रिलीफ फंड में भी उन्होंने अपना हिस्सा पाया। और इन्हें भी दस्सिया कि सहकारी खंड मिलों वालों हुण तक 2 किलो खंड के 10 लाख और 1 किलो खंड के 42,000 जोड़े पैकेट है जी वो खुराक तो सिविल सप्लाई विभाग को सौंपे गए हैं। ये जी उन्हें जानकारी दी जी। तो ये भी तुहाडे नाल सानूं दसनी जरूरी सी इस करके तुहाडे नाल साझी की गई है जी। और जितों तक गल असीं करदे कि आम आदमी पार्टी की गल की जाए तो आम आदमी पार्टी ने भी जानकारी साझी की कि उन्होंने पार्टी ने अज कई मसलों ते सरकार को जवाब मंगया जी। वो जवाब भी तुहानूं दस दिंदे कि अज आम आदमी पार्टी ने अपना पक्ष रखा। और एक दो मुद्दे ने, एक तो जिहड़े आम आदमी पार्टी के विधायक ने अमन अरोड़ा उन्होंने एक लैटर लिखा जी मुख्यमंत्री के नाम से। उन्होंने कहा कि जिहड़े केंद्र वालों अपने हिस्से का जिहड़ा पंजाब सरकार नूं जिहड़ा सेंट्रल एक्साइज ड्यूटी है 50% वो मंगनी चाहिए है। उन्होंने कहा कि पेट्रोल तो 23 रुपये तो डीजल तो प्रति लीटर 19 रुपये टैक्स लैंदी है केंद्र सरकार। तो प्रधानमंत्री की मुख्यमंत्री नाल बैठक लई आप दे जिहड़े विधायक अमन अरोड़ा उन्होंने कई सुझाव भी दिते है। उन्होंने कहा कि अमन अरोड़ा ने मुख्यमंत्री कैप्टन अमरिंदर सिंह नूं सुझाव दिता कि वो सोमवार नूं प्रधानमंत्री नरेंद्र मोदी वालों राज्यों के मुख्यमंत्रियों नाल बैठक मौके सेंट्रल एक्साइज ड्यूटी चों पंजाब के अनुपात मुताबक 50% हिस्सा मंगण ताकि पहला ही 2.5 लाख करोड़ का जिहड़ा करजाई है पंजाब के सरकारी खजाने नूं लॉकडाउन करके हो रहे भारी वित्ती नुकसान लई थोड़ी बहुत भरपाई हो सकेगी। अमन अरोड़ा ने मुख्यमंत्री नूं चिट्ठी लिखी है तो सुझाव दिते कि जिहड़ी कल असीं तुहानूं दस दईए कि कल एक बार फिर देश के प्रधानमंत्री सूबियां दे सारे सूबियां दे जिहड़े मुख्यमंत्री उन्हां दे नाल मीटिंग कर रहे हैं जी। और इस मतलब कि अमन अरोड़ा ने कैप्टन अमरिंदर सिंह नूं चिट्ठी लिखी है जी। और उस चिट्ठी दे विच इह है कि पंजाब सरकार नूं जिहड़ी केंद्र कोलों एक्साइज है ड्यूटी उस ते जिहड़ा 50% हिस्सा मंगना चाहिए। और अमन अरोड़ा ने कहा कि क्योंकि पेट्रोलियम पदार्थों को भारत सरकार ने GST प्रणाली तो बाहर रखा तो पेट्रोलियम पदार्थों की विक्री तो जो वैट इकट्ठा होंदा उस विचों पंजाब नूं सालाना तकरीबन 4500 करोड़ रुपए का हिस्सा मिलता। परंतु कोरोना कारण डीजल पेट्रोल की 60% जिहड़ी वरतों घट होने कारण इस वैट राशि चों पंजाब नूं 2000 करोड़ का घट होवेगा।
ਤੇ ਅਮਨ ਅਰੋੜਾ ਨੇ ਵੀ ਕਿਹਾ ਕਿ ਇਸ ਘਾਟੇ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਉੱਤੇ ਸੈਂਟਰਲ ਐਕਸਾਈਜ਼ ਡਿਊਟੀ ਦੇ ਰੂਪ 'ਚ ਜੋ ਪ੍ਰਤੀ ਲੀਟਰ 23 ਰੁਪਏ ਪੈਟਰੋਲ ਅਤੇ 19 ਰੁਪਏ ਪ੍ਰਤੀ ਲੀਟਰ ਡੀਜ਼ਲ ਵਸੂਲੀ ਕੀਤੀ ਜਾਂਦੀ ਹੈ, ਜੋ ਸਾਲਾਨਾ 2 ਲੱਖ ਕਰੋੜ ਦੇ ਕਰੀਬ ਬਣਦਾ। ਇਸ ਵਿੱਚੋਂ ਆਪਣੇ ਅਨੁਪਾਤ ਮੁਤਾਬਕ ਪੰਜਾਬ ਨੂੰ IGST ਦੀ ਤਰਜ਼ ਉੱਤੇ 50% ਹਿੱਸਾ ਮੰਗਣਾ ਚਾਹੀਦਾ। ਇਹ ਉਹਨਾਂ ਨੇ ਸੁਝਾਅ ਦਿੱਤਾ ਔਰ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਅਮਨ ਅਰੋੜਾ ਦੇ ਸੁਝਾਅ ਨੂੰ ਅੱਗੇ ਪ੍ਰਧਾਨ ਮੰਤਰੀ ਤੱਕ ਲਿਜਾਉਂਦੇ ਜਾਂ ਪਹੁੰਚਾਉਂਦੇ ਨੇ, ਇਹ ਪੰਜਾਬ ਸਰਕਾਰ 'ਤੇ ਨਿਰਭਰ ਕਰਦਾ ਜੀ। ਔਰ ਅਮਨ ਅਰੋੜਾ ਨੇ ਵੀ ਕਿਹਾ ਕਿ ਮੁੱਖ ਮੰਤਰੀ ਸ਼ਰਾਬ ਦੀ ਵਿਕਰੀ ਖੋਲ੍ਹਣ 'ਤੇ ਜ਼ੋਰ ਦੇਣ ਦੀ ਥਾਂ ਅਗਰ ਇਹਨਾਂ ਸੁਝਾਵਾਂ 'ਤੇ ਜ਼ੋਰ ਦੇਣ ਤਾਂ ਇਹ ਬਹੁਤ ਪੰਜਾਬ ਨੂੰ ਫਾਇਦਾ ਹੋਏਗਾ। ਔਰ ਉਹਨਾਂ ਦੇ ਮੁਤਾਬਕ ਕਰਫਿਊ ਦੌਰਾਨ ਸ਼ਰਾਬ ਦੀ ਵਿਕਰੀ ਦੀ ਖੁੱਲ੍ਹ ਦੇਣ ਨਾਲ ਸਰਕਾਰੀ ਜਿਹੜਾ ਮਾਲੀਆ ਉਹ ਤਾਂ ਵੱਧ ਸਕਦਾ, ਪਰ ਸਰਕਾਰ ਦੇ ਇਸ ਫੈਸਲੇ ਕਾਰਨ ਲੋਕਾਂ ਦੇ ਘਰਾਂ 'ਚ ਕਲੇਸ਼ ਵਧਣਗੇ ਅਤੇ ਪਹਿਲਾਂ ਹੀ ਆਰਥਿਕ ਦਿੱਕਤਾਂ ਦਾ ਲੋਕ ਸਾਹਮਣਾ ਕਰ ਰਹੇ ਨੇ ਅਤੇ ਆਮ ਲੋਕਾਂ ਦਾ ਘਰੇਲੂ ਬਜਟ ਵੀ ਵਿਗੜੇਗਾ ਅਤੇ ਪਰਿਵਾਰ ਦੇ ਵਿੱਚ ਝਗੜੇ ਵੀ ਹੋਣਗੇ। ਔਰ ਉਹਨਾਂ ਝਗੜਿਆਂ ਨੂੰ ਲੈ ਕੇ ਸਰਕਾਰ ਨੂੰ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਜਿਹੜਾ ਫੈਸਲਾ ਮੁੜ ਕੀਤਾ ਜਾ ਰਿਹਾ, ਸੈਂਟਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ, ਉਹ ਅਪੀਲਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਔਰ ਜਿਹੜੇ ਵਿਰੋਧੀ ਧਿਰ ਨੇਤਾ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਵੀ ਸਰਕਾਰ 'ਤੇ ਕਿੰਤੂ ਪਰੰਤੂ ਕੀਤਾ ਜੀ। ਉਹਨਾਂ ਕਿਹਾ ਕਿ ਜਿਹੜੇ ਬਾਹੋ ਮਾਜਰਾ ਖੰਨਾ ਦੇ ਨੇੜੇ ਪਿੰਡ ਆ ਜੀ, ਉੱਥੇ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ ਜੀ, ਅਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਈ ਜਾਂਚ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਅਤੇ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਸੰਭਵ ਨਹੀਂ ਕਿ ਨਕਲੀ ਸ਼ਰਾਬ ਦਾ ਏਡਾ ਵੱਡਾ ਜਿਹੜਾ ਗੋਰਖ ਧੰਦਾ ਹੋ ਰਿਹਾ ਹੋਵੇ ਔਰ ਸਰਕਾਰ ਨੂੰ ਨਾ ਪਤਾ ਹੋਵੇ। ਉਹਨਾਂ ਕਿਹਾ ਕਿ ਜਿਹੜੇ ਖੰਨਾ ਦੇ ਬਾਹੋ ਮਾਜਰਾ ਪਿੰਡ 'ਚ ਚੱਲਦੀ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਿੱਧੀ ਨਿਗਰਾਨੀ ਥੱਲੇ ਸਮਾਂਬੱਧ ਅਤੇ ਉੱਚ ਪੱਧਰੀ ਦੀ ਜਾਂਚ ਹੋਣੀ ਚਾਹੀਦੀ ਹੈ, ਤਾਂ ਕਈ ਮਹੀਨਿਆਂ ਤੋਂ ਇੰਨੇ ਵੱਡੇ ਪੱਧਰ 'ਤੇ ਚੱਲ ਰਹੇ ਨਕਲੀ ਸ਼ਰਾਬ ਦੇ ਗੋਰਖ ਧੰਦੇ ਵਿੱਚ ਸ਼ਾਮਲ ਸਾਰੇ ਪ੍ਰਤੱਖ ਤੇ ਅਪ੍ਰਤੱਖ ਬੰਦਿਆਂ 'ਤੇ ਸਖਤ ਕਾਨੂੰਨੀ ਕਾਰਵਾਈ ਹੋ ਸਕੇ। ਉਹਨਾਂ ਕਿਹਾ ਕਿ ਨਕਲੀ ਸ਼ਰਾਬ ਦਾ ਇੰਨੇ ਵੱਡੇ ਪੱਧਰ 'ਤੇ ਕਾਲਾ ਧੰਦਾ ਪੁਲਿਸ ਪ੍ਰਸ਼ਾਸਨ ਅਤੇ ਸਿਆਸੀ ਲੋਕਾਂ ਦੇ ਪੁਸ਼ਤ ਪਨਾਹੀ ਦੇ ਤੋਂ ਬਗੈਰ ਨਹੀਂ ਹੋ ਸਕਦਾ ਅਤੇ ਨਾ ਹੀ ਮੁਮਕਿਨ ਹੈ। ਅਤੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਇਹ ਕੇਸ ਪਰਖ ਦੀ ਕਸੌਟੀ ਸਾਬਤ ਹੋਏਗਾ, ਇਹ ਉਹਨਾਂ ਨੇ ਕਿਹਾ। ਔਰ ਇਹਨੇ ਕਿਹਾ ਕਿ ਬੇਸ਼ੱਕ ਖੰਨਾ ਪੁਲਿਸ ਦੇ ਸੰਬੰਧਿਤ SHO ਨੇ ਦਲੇਰੀ ਭਰੀ ਕਾਰਵਾਈ ਕਰਕੇ ਇਸ ਨਕਲੀ ਸ਼ਰਾਬ ਦੀ ਫੈਕਟਰੀ ਦਾ ਭਾਂਡਾ ਭੰਨਿਆ, ਪਰੰਤੂ ਇਹ ਵੀ ਅਪੁਸ਼ਟ ਜਾਣਕਾਰੀਆਂ ਮਿਲਣਗੀਆਂ ਸੰਬੰਧਿਤ ਥਾਣੇ ਤੋਂ ਇਸ ਤੋਂ ਪਹਿਲਾਂ SHO ਨੇ ਇਸ ਨਕਲੀ ਸ਼ਰਾਬ ਗਰੋਹ ਦਾ ਹਿੱਸੇਦਾਰੀ ਸੀ, ਇਹ ਉਹਨਾਂ ਨੇ ਇਲਜ਼ਾਮ ਵੀ ਲਗਾਏ ਔਰ ਜਿਹੜੀ ਜਾਂਚ ਦੀ ਮੰਗ ਵੀ ਕੀਤੀ ਆ। ਇਹ ਵਿਰੋਧੀ ਧਿਰ ਦੇ ਜਿਹੜੇ ਇਲਜ਼ਾਮ ਹੈ। ਔਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਜੀ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜੀ ਕਿ ਜਿਹੜੇ ਹਜੂਰ ਸਾਹਿਬ ਸ਼ਰਧਾਲੂ ਫਸੇ ਸੀ ਉਹ ਪਾਰਟੀ ਦੇ ਵੱਡੇ ਲੀਡਰਾਂ ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਔਰ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਨੇ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ ਭਰਪੂਰ ਕੋਸ਼ਿਸ਼ਾਂ ਸਦਕੇ ਹੀ ਸ਼ਰਧਾਲੂ ਜਿਹੜੇ ਫਸੇ ਸੀ ਉਹ ਪੰਜਾਬ ਪਰਤੇ ਨੇ। ਇਹ ਜਿਹੜੀ ਜਾਣਕਾਰੀ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਦਿੱਤੀ ਗਈ ਜੀ। ਭੂੰਦੜ ਸਾਹਿਬ ਦੇ ਮੁਤਾਬਕ ਕਿਹਾ ਉਹਨਾਂ ਕਿ ਅਕਾਲੀ ਦਲ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੀ ਘਰ ਵਾਪਸੀ ਦਾ ਸਵਾਗਤ ਹੈ ਜੀ, ਅਤੇ ਨਾਲ ਹੀ ਕਿਹਾ ਕਿ ਪਾਰਟੀ ਦੇ ਚੋਟੀ ਦੇ ਆਗੂਆਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਹੀ ਸ਼ਰਧਾਲੂ ਵਾਪਸ ਆ ਸਕੇ ਨੇ, ਵਾਪਸੀ ਸੰਭਵ ਹੋਈ ਹੈ। ਉਹਨਾਂ ਦੱਸਿਆ ਕਿ ਹਜ਼ੂਰ ਸਾਹਿਬ ਵਿਖੇ ਫਸੇ 300 ਸ਼ਰਧਾਲੂਆਂ ਦੀ ਵਾਪਸੀ ਮੌਕੇ ਉਹਨਾਂ ਨੇ ਸਵਾਗਤ ਕੀਤਾ, ਅਤੇ ਉਹਨਾਂ ਕਿਹਾ ਕਿ ਪੰਜਾਬ ਭੇਜਣ ਵਾਸਤੇ ਪਾਰਟੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁੰਬਈ ਦਾ ਜਿਹੜਾ ਵਿੰਗ ਹੈ ਜੀ, ਉਹਨਾਂ ਵੱਲੋਂ 10 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉਹ 10 ਜਿਹੜੀਆਂ ਬੱਸਾਂ ਉਹਦੇ ਮਾਧਿਅਮ ਦੇ ਨਾਲ ਹੀ 300 ਜਿਹੜੇ ਸ਼ਰਧਾਲੂ ਆ ਉਹ ਪੰਜਾਬ ਪਹੁੰਚ ਸਕੇ ਨੇ। ਹਾਲਾਂਕਿ ਪੰਜਾਬ ਸਰਕਾਰ ਨੇ ਵੀ ਬੱਸਾਂ ਭੇਜੀਆਂ ਜੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਜੀ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਸਦਕੇ ਇਹ ਹੋਇਆ। ਔਰ ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੋਵਾਂ ਨੇ ਹਜ਼ੂਰ ਸਾਹਿਬ ਵਿਖੇ ਫਸੇ ਸਿੱਖਾਂ ਦੀ ਜਲਦੀ ਵਾਪਸੀ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦੇ ਠਾਕਰੇ ਨਾਲ ਵੀ ਗੱਲਬਾਤ ਕੀਤੀ ਸੀ। ਔਰ ਕੇਂਦਰੀ ਮੰਤਰੀ
ਹਰਸਿਮਰਤ ਕੌਰ ਬਾਦਲ ਨੇ ਵੀ ਇਹ ਮਸਲਾ ਪ੍ਰਧਾਨ ਮੰਤਰੀ ਕੋਲ ਵੀ ਉਠਾਇਆ ਸੀ, ਗ੍ਰਹਿ ਮੰਤਰਾਲੇ ਕੋਲ ਵੀ ਉਠਾਇਆ ਸੀ ਔਰ ਮਹਾਰਾਸ਼ਟਰ ਦੇ ਸਰਕਾਰ ਨਾਲ ਵੀ ਉਠਾਇਆ ਸੀ। ਔਰ 22 ਅਪ੍ਰੈਲ ਨੂੰ ਅਮਿਤ ਸ਼ਾਹ ਜੋ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨੂੰ ਮਿਲ ਕੇ ਵੀ ਇਹ ਸਾਰੀ ਗੱਲ ਦੱਸੀ ਸੀ। ਉਹਨਾਂ ਇਹ ਵੀ ਦੱਸਿਆ ਕਿ ਜਿਹੜੀ ਅਕਾਲੀ ਦਲ ਦੀ ਮੁੰਬਈ ਦੀ ਇਕਾਈ ਆ, ਜਿਹੜੀ ਉੱਥੋਂ ਉਹਨਾਂ ਦਾ ਸੈੱਲ ਆ ਜੀ, ਔਰ ਜਿਹੜੀਆਂ 13 ਬੱਸਾਂ ਦਾ ਖਰਚਾ ਕਰੀਬ 13 ਲੱਖ ਰੁਪਏ ਖਰਚਾ ਦੇਣ ਲਈ ਮਹਾਰਾਸ਼ਟਰ ਟਰਾਂਸਪੋਰਟ ਅਥਾਰਟੀ ਕੋਲ ਵੀ ਪਹੁੰਚ ਕੀਤੀ, ਪਰ ਉਹਨਾਂ ਦੱਸਿਆ ਕਿ ਇਹ ਕੰਮ ਪੰਜਾਬ ਸਰਕਾਰ ਕਰੇਗੀ। ਉਹਨਾਂ ਕਿਹਾ ਕਿ ਇਸ ਕਰਕੇ ਰਾਹਤ ਕਾਰਜ ਥੋੜ੍ਹਾ ਲਟਕ ਗਿਆ ਔਰ ਉਹਨਾਂ ਕਿਹਾ ਕਿ ਇਸ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਨਾਲ ਜੋੜਨ ਵਾਸਤੇ ਸਾਰਿਆਂ ਨੂੰ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਔਰ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਵੀ ਕਿਹਾ ਕਿ ਇਹਨਾਂ ਸ਼ਰਧਾਲੂਆਂ ਦਾ ਨਿੱਘਾ ਵੀ ਸਵਾਗਤ ਕੀਤਾ ਜੋ ਕਿ 40 ਤੋਂ ਵੱਧ ਦਿਨ ਨੰਦੇੜ ਸਾਹਿਬ ਰਹਿ ਕੇ ਘਰ ਵਾਪਸ ਪਰਤੇ ਨੇ। ਇਹ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਜਾਣਕਾਰੀ ਦਿੱਤੀ ਆ ਜੀ ਕਿ ਜਿਹੜਾ ਹਜ਼ੂਰ ਸਾਹਿਬ ਜਿਹੜੇ ਫਸੇ ਸੀ ਉਹ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਸਦਕੇ ਜੀ ਆਏ ਨੇ। ਔਰ ਹੁਣੇ ਇੱਕ ਹੋਰ ਜਿਹੜੀ ਸਾਨੂੰ ਜਾਣਕਾਰੀ ਮਿਲ ਚੁੱਕੀ ਹੈ ਜੀ, ਉਹ ਦੱਸਿਆ ਜੇ ਕਿ ਜਲੰਧਰ ਦੇ ਵਿੱਚ ਨਵੇਂ ਕੇਸ ਹੋਏ ਨੇ ਔਰ ਉਹ ਵੱਡੀ ਗਿਣਤੀ ਵਿੱਚ ਨਵੇਂ ਕੇਸ ਨੇ। ਕੋਈ ਜਾਣਕਾਰੀ ਅਜੇ ਸਰਕਾਰ ਵੱਲੋਂ ਪੁਸ਼ਟੀ ਕਰਨੀ ਬਾਕੀ ਹੈ, ਲੇਕਿਨ ਜੋ ਸੂਤਰ ਦੱਸ ਰਹੇ ਜੀ ਉਹ 9 ਦੇ ਕਰੀਬ ਜਿਹੜੇ ਕੇਸ ਉੱਥੇ ਪੋਜ਼ਿਟਿਵ ਆ ਚੁੱਕੇ ਨੇ। ਜਿਹੜੀ ਤੁਹਾਨੂੰ ਅਸੀਂ ਪਹਿਲਾਂ 5 ਵਜੇ ਦੀ ਜਿਹੜਾ ਮੈਡੀਕਲ ਬੁਲੇਟਿਨ ਪੜ੍ਹ ਕੇ ਦੱਸਿਆ ਸੀ ਉਹਦੇ 'ਚ ਗਿਣਤੀ ਘੱਟ, ਲੇਕਿਨ ਹੁਣ ਨਵੇਂ ਜਿਹੜੇ 9 ਮਰੀਜ਼ ਆਏ ਨੇ ਜੀ ਉਹਨਾਂ ਦੇ ਨਾਲ ਜਿਹੜੀ ਗਿਣਤੀ ਹੈ ਜੀ ਉਹ 76 ਹੋ ਚੁੱਕੀ ਹੈ ਜੀ। ਇਹ ਕਹਿ ਸਕਦੇ ਕਿ ਲਗਾਤਾਰ ਜਿਹੜੇ ਕੇਸ ਨੇ ਉਹ ਵੱਧਦੇ ਜਾ ਰਹੇ ਨੇ ਔਰ ਅਸੀਂ ਜਿਸ ਤਰ੍ਹਾਂ ਵਾਰ-ਵਾਰ ਅਪੀਲ ਕਰ ਰਹੇ ਕਿ ਜਿਹੜੀ ਕੈਦ ਕੱਟ ਲਓ, ਇਹ ਕੈਦ ਤੁਹਾਨੂੰ ਦੂਜੀ ਜ਼ਿੰਦਗੀ ਜਾਂ ਦੂਜਾ ਜਨਮ ਦਿੰਦੀ ਹੈ ਔਰ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਜੀ। ਅਤੇ ਇਹ ਜਿਹੜੀ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਹੈ ਜੀ ਉਹ ਸਾਂਝੀ ਕੀਤੀ ਹੈ ਕਿ ਅੱਜ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਔਰ ਸਰਕਾਰ ਦੇ ਕੰਮਾਂ 'ਤੇ ਵਿਰੋਧੀ ਕੀ ਕਹਿੰਦੇ ਨੇ, ਸਰਕਾਰ ਕੀ ਕਹਿ ਰਹੀ ਹੈ, ਇਹ ਜਿਹੜੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ। ਔਰ ਇੱਕ ਵਾਰ ਫਿਰ ਅਸੀਂ ਵੀ ਲੋਕਾਂ ਨੂੰ, ਜਨਤਾ ਨੂੰ, ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਨੇ ਕਿ ਜਿਹੜਾ ਲੋਕਡਾਊਨ ਆ, ਜਿਹੜਾ ਕਰਫਿਊ ਆ, ਇਹ ਦਿਨ ਚਾਹੇ ਤੁਹਾਨੂੰ ਔਖੇ ਲੱਗਦੇ ਨੇ ਘਰ ਵਿੱਚ ਬੈਠਣਾ, ਲੇਕਿਨ ਇਹ ਬਹੁਤ ਔਖੇ ਦਿਨ ਹੀ ਇਹ ਕਹਿ ਸਕਦੇ ਕਿ ਤੁਹਾਨੂੰ ਦੂਜਾ ਜਨਮ ਦੇ ਰਿਹਾ ਹੈ ਔਖੇ ਦਿਨ, ਕਿਉਂਕਿ ਇਸ ਬਿਮਾਰੀ ਦਾ ਹਾਲੇ ਕੋਈ ਇਲਾਜ ਨਹੀਂ ਹੈ, ਕੋਈ ਟੀਕਾ ਨਹੀਂ ਹੈ, ਕੋਈ ਵੈਕਸੀਨ ਨਹੀਂ ਬਣੀ। ਹਾਲਾਂਕਿ ਪੂਰੇ ਦੁਨੀਆ ਦੀਆਂ 70 ਕੰਪਨੀਆਂ ਕਹਿ ਸਕਦੇ ਜਿਹੜੇ ਸਾਇੰਸਿਸਟ ਲੱਗੇ ਨੇ, ਵਿਗਿਆਨੀ ਲੱਗੇ ਹੋਏ ਨੇ। ਭਾਰਤ ਸਰਕਾਰ ਵੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਚਾਹੇ PGI ਦੇ ਵਿੱਚ ਜਿਹੜਾ ਟੈਸਟ ਜਿਹੜਾ ਸ਼ੁਰੂਆਤੀ ਤੌਰ 'ਤੇ ਜਿਹੜਾ ਸਫਲ ਹੋਇਆ ਜੀ, ਏਮਜ਼ ਦਿੱਲੀ ਵੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਉਹ ਕੋਸ਼ਿਸ਼ਾਂ ਹਾਲੇ ਟੈਸਟ ਬਾਕੀ ਫਾਈਨਲ ਆਉਣੇ ਬਾਕੀ ਨੇ। ਹਾਲਾਂਕਿ ਇੱਕ ਚੰਗੇ ਸੰਕੇਤ ਵੀ ਆਏ ਜਿਹੜੇ PGI ਨੇ ਟੈਸਟ ਕੀਤਾ ਹੈਗਾ, ਲੇਕਿਨ ਅਜੇ ਫਾਈਨਲ ਟੈਸਟ ਹੋਣੇ ਬਾਕੀ ਨੇ। ਔਰ ਇਸ ਕਰਕੇ ਕਿ ਤੁਸੀਂ ਸਰਕਾਰ ਦੇ ਜਿਹੜੇ ਸਲਾਹ ਮਸ਼ਵਰੇ ਉਸ 'ਤੇ ਲਾਗੂ ਕਰੋ, ਇਹ ਕਰਫਿਊ ਖੁਦ 'ਤੇ ਕਰੋ। ਸਾਡਾ ਪਰਿਵਾਰ ਬਚੇਗਾ, ਸਾਡਾ ਸਮਾਜ ਬਚੇਗਾ, ਸਾਡਾ ਪੰਜਾਬ ਬਚੇਗਾ ਅਤੇ ਸਾਡਾ ਦੇਸ਼ ਬਚੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਣੇ ਰਹੋ ANB ਨਿਊਜ਼ ਦੇ ਨਾਲ ਜੀ।